Hello students, myself Dr. Amit Juneja, lecturer economics, Shahid Balwinder Singh, Government Senior Secondary, Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਲੈਕਚਰ ਦੇ ਵਿੱਚ। ਤਾਂ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਕਿ ਸਮਸ਼ਟੀ ਅਰਥ ਸ਼ਾਸਤਰ ਦੇ ਵਿੱਚ ਆਪਾਂ ਸੰਤੁਲਨ ਦਾ ਨਿਰਧਾਰਨ ਕਿਵੇਂ ਕਰ ਸਕਦੇ ਹਾਂ। ਤਾਂ ਸੰਤੁਲਨ ਦਾ ਨਿਰਧਾਰਨ ਕਰਨ ਵਾਸਤੇ ਆਪਾਂ ਹਾਲੇ ਤੱਕ ਇੱਕ ਪਰੰਪਰਾਵਾਦੀ ਵਿਚਾਰਧਾਰਾ ਕਰ ਚੁੱਕੇ ਹਾਂ। ਉਹਦੇ ਵਿੱਚ ਆਪਾਂ ਪਰੰਪਰਾਵਾਦੀਆਂ ਦੇ ਮੁਤਾਬਿਕ ਕੁੱਲ ਮੰਗ ਤੇ ਕੁੱਲ ਪੂਰਤੀ ਨੂੰ ਬਰਾਬਰ ਕਰਾਇਆ ਸੀ। ਨੰਬਰ 2, ਫਿਰ ਆਪਾਂ ਪਰੰਪਰਾਵਾਦੀਆਂ ਦੇ ਮੁਤਾਬਿਕ ਬਚਤ ਤੇ ਨਿਵੇਸ਼ ਨੂੰ ਬਰਾਬਰ ਕਰਾਇਆ ਸੀ। ਫਿਰ ਆਪਾਂ ਇੱਕ ਗੱਲ ਕਹੀ ਸੀ ਕਿ ਚਾਹੇ ਆਪਾਂ ਕੁੱਲ ਮੰਗ ਤੇ ਕੁੱਲ ਪੂਰਤੀ ਨੂੰ ਬਰਾਬਰ ਕਰਾਈਏ, ਚਾਹੇ ਆਪਾਂ ਬਚਤ ਤੇ ਨਿਵੇਸ਼ ਨੂੰ ਬਰਾਬਰ ਕਰਾਈਏ, ਆਪਣਾ ਸੰਤੁਲਨ ਜਿਹੜਾ ਹੈ ਉਹ ਉਸੇ ਹੀ ਪੁਆਇੰਟ ਦੇ ਉੱਪਰ ਆਏਗਾ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਕੇਨਜ਼ ਦੀ ਵਿਚਾਰਧਾਰਾ ਦੀ। ਕੇਨਜ਼ ਦੇ ਮੁਤਾਬਿਕ ਆਪਾਂ ਕੁੱਲ ਮੰਗ ਵਕਰ ਬਣਾਈ, ਫਿਰ ਆਪਾਂ ਕੁੱਲ ਪੂਰਤੀ ਵਕਰ ਬਣਾਈ, ਦੋਨਾਂ ਨੂੰ ਬਰਾਬਰ ਕਰਾਇਆ। ਜਿਸ ਪੁਆਇੰਟ ਤੇ ਦੋਨੋਂ ਬਰਾਬਰ ਆਏ ਆਪਾਂ ਕਿਹਾ ਵੀ ਉਹ ਜਿਹੜਾ ਹੈ ਉਹ ਆਪਣੀ ਅਰਥ ਵਿਵਸਥਾ ਦਾ ਸੰਤੁਲਨ ਦਾ ਬਿੰਦੂ ਹੈ। ਨੰਬਰ 2, ਉਹਦੇ ਚ ਆਪਾਂ ਗੱਲ ਕੀਤੀ ਵੀ ਕੇਨਜ਼ ਜਿਹੜੇ ਹੈ ਉਹ ਇਹ ਕਹਿੰਦੇ ਆ ਵੀ ਜ਼ਰੂਰੀ ਨਹੀਂ ਹੈਗਾ ਵੀ ਅਰਥ ਵਿਵਸਥਾ ਦੇ ਵਿੱਚ ਜਿਹੜਾ ਸੰਤੁਲਨ ਹੈ ਉਹ ਹਮੇਸ਼ਾ ਪੂਰਨ ਰੋਜ਼ਗਾਰ ਤੇ ਹੀ ਆਏਗਾ, ਜਿਵੇਂ ਕਿ ਪਰੰਪਰਾਵਾਦੀ ਅਰਥ ਸ਼ਾਸਤਰੀ ਜਿਹੜੇ ਨੇ ਉਹ ਕਹਿੰਦੇ ਸੀ। ਕੇਨਜ਼ ਕਹਿੰਦੇ ਆ ਕਿ ਸੰਤੁਲਨ ਦਾ ਮਤਲਬ ਹੈ ਵੀ ਕੁੱਲ ਮੰਗ ਤੇ ਕੁੱਲ ਪੂਰਤੀ ਦਾ ਇੱਕ ਦੂਜੇ ਦੇ ਬਰਾਬਰ ਹੋ ਜਾਣਾ। ਉਹ ਸੰਤੁਲਨ ਦਾ ਪੱਧਰ ਜਿਹੜਾ ਹੈ ਉਹ ਪੂਰਨ ਰੋਜ਼ਗਾਰ ਤੋਂ ਪਹਿਲਾਂ ਵੀ ਆ ਸਕਦਾ ਹੈ, ਪੂਰਨ ਰੋਜ਼ਗਾਰ ਤੇ ਵੀ ਆ ਸਕਦਾ ਹੈ ਤੇ ਪੂਰਨ ਰੋਜ਼ਗਾਰ ਤੋਂ ਬਾਅਦ ਵੀ ਆ ਸਕਦਾ ਹੈ। ਤਾਂ ਆਪਾਂ ਉਹਦੇ ਵਾਸਤੇ ਇੱਕ ਟੇਬਲ ਵੀ ਬਣਾਇਆ ਸੀ। ਟੇਬਲ ਦੇ ਵਿੱਚ ਜਿਹੜਾ ਆਪਣਾ ਪੂਰਨ ਰੋਜ਼ਗਾਰ ਹੈ ਉਹ ਆ ਰਿਹਾ ਸੀ ਜਦੋਂ 60 ਲੱਖ ਲੋਕਾਂ ਨੂੰ ਜਿਹੜਾ ਹੈ ਉਹ ਕੰਮ ਮਿਲ ਰਿਹਾ ਸੀ, ਪਰ ਜਿਹੜਾ ਸੰਤੁਲਨ ਹੈ ਉਹ 40 ਲੱਖ ਤੇ ਹੀ ਆ ਗਿਆ। ਮਤਲਬ ਕੁੱਲ ਮੰਗ ਤੇ ਕੁੱਲ ਪੂਰਤੀ ਜਿਹੜੇ ਨੇ ਉਹ 40 ਲੱਖ ਤੇ ਇੱਕ ਦੂਜੇ ਦੇ ਬਰਾਬਰ ਹੋ ਗਏ। ਹੁਣ ਯਾਨੀ ਜਿਹੜਾ ਕੰਮ ਮਿਲੇਗਾ ਉਹ 40 ਲੱਖ ਲੋਕਾਂ ਨੂੰ ਮਿਲੇਗਾ, ਪਰ ਆਪਣੀ ਅਰਥ ਵਿਵਸਥਾ ਦੇ ਵਿੱਚ ਹੈਗੇ ਕਿੰਨੇ ਲੋਕ ਨੇ? 60 ਲੱਖ ਲੋਕ ਜਿਹੜੇ ਨੇ ਉਹ ਹੈਗੇ ਨੇ, ਪਰ ਕੰਮ ਮਿਲ ਰਿਹਾ ਹੈ ਸਿਰਫ 40 ਲੱਖ ਲੋਕਾਂ ਨੂੰ। ਇਹਦਾ ਮਤਲਬ ਇਹ ਹੋਏਗਾ ਕਿ ਅਰਥ ਵਿਵਸਥਾ ਦੇ ਵਿੱਚ 20 ਲੱਖ ਲੋਕ ਐਸੇ ਹੋਣਗੇ ਜਿਹੜੇ ਕਿ ਬੇਰੁਜ਼ਗਾਰ ਹੋਣਗੇ, ਜਿਹਨੂੰ ਆਪਾਂ ਅਲਪ ਰੋਜ਼ਗਾਰ ਸੰਤੁਲਨ ਜਿਹੜਾ ਹੈ ਉਹਦਾ ਨਾਮ ਦੇਤਾ। ਤਾਂ ਜਿਹੜੀ ਡਾਇਗਰਾਮ ਆਪਾਂ ਯੂਜ਼ ਕੀਤੀ ਸੀ ਕੇਨਜ਼ ਦੀ ਵਿਚਾਰਧਾਰਾ ਦੇ ਵਿੱਚ ਕੁੱਲ ਮੰਗ ਤੇ ਕੁੱਲ ਪੂਰਤੀ ਨੂੰ ਦਿਖਾਉਣ ਵਾਸਤੇ, ਉਹੀ ਡਾਇਗਰਾਮ ਜਿਹੜੀ ਹੈ ਉਹ ਆਪਾਂ ਇੱਕ ਵਾਰੀ ਫਿਰ ਬਣਾਉਣ ਲੱਗੇ ਹਾਂ ਤਾਂ ਕਿ ਆਪਾਂ ਉਹਦਾ ਇੱਕ ਹੋਰ ਕਨਸੈਪਟ ਜਿਹੜਾ ਹੈ ਉਹ ਕਰ ਸਕੀਏ। ਤਾਂ ਹਮੇਸ਼ਾ ਦੀ ਤਰ੍ਹਾਂ ਜਿਹੜਾ x ਐਕਸਿਸ ਹੈ ਉਹਦੇ ਉੱਪਰ ਆਪਾਂ ਆਮਦਨ ਲੈ ਸਕਦੇ ਹਾਂ, ਆਪਾਂ ਰੁਜ਼ਗਾਰ ਲੈ ਸਕਦੇ ਹਾਂ, ਆਪਾਂ ਉਤਪਾਦਨ ਲੈ ਸਕਦੇ ਹਾਂ ਤੇ ਆਪਾਂ ਕੁੱਲ ਪੂਰਤੀ ਲੈ ਸਕਦੇ ਹਾਂ। ਜੋ ਮਰਜ਼ੀ ਲੈ ਲਓ, ਸਾਰੇ ਇੱਕੋ ਹੀ ਗੱਲ ਨੇ, ਕਿਉਂਕਿ ਅਰਥ ਵਿਵਸਥਾ ਦੇ ਵਿੱਚ ਉਤਪਾਦਨ, ਰੁਜ਼ਗਾਰ, ਕੁੱਲ ਪੂਰਤੀ, ਆਮਦਨ ਇੱਕੋ ਹੀ ਗੱਲ ਹੁੰਦੀ ਹੈ। ਤਾਂ ਜਿਹੜਾ ਆਪਣਾ y ਐਕਸਿਸ ਹੈ ਉਹਦੇ ਆਪਾਂ ਕੀ ਲਾਂਗੇ? ਉੱਥੇ ਆਪਾਂ ਕੁੱਲ ਮੰਗ ਜਿਹੜੀ ਹੈ ਉਹ ਲਵਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ? ਕੇਨਜ਼ ਦੇ ਮੁਤਾਬਿਕ ਆਪਾਂ ਕੁੱਲ ਪੂਰਤੀ ਵਕਰ ਬਣਾਣੀ ਹੈ। ਕੁੱਲ ਪੂਰਤੀ ਵਕਰ ਕਿਵੇਂ ਬਣੇਗੀ? ਉਹ ਕਹਿੰਦੇ ਆ ਕਿ ਜਿਹੜੀ ਕੁੱਲ ਪੂਰਤੀ ਹੈ ਉਹ ਕੀ ਹੈ? ਉਹ ਪੂਰਨ ਜਿਹੜੀ ਹੈ ਲੋਚਦਾਰ ਹੈ। ਪੂਰਨ ਲੋਚਦਾਰ ਦਾ ਮਤਲਬ ਕੀ ਹੋਇਆ ਵੀ ਜਿੰਨੀ ਕੁੱਲ ਮੰਗ ਵਧੇਗੀ ਉਨੀ ਹੀ ਕੁੱਲ ਪੂਰਤੀ ਜਿਹੜੀ ਹੈ ਉਹ ਵੀ ਵਧੇਗੀ। ਮਤਲਬ ਜਿੰਨਾ ਆਪਾਂ y ਐਕਸਿਸ ਵਾਲੇ ਪਾਸੇ ਜਾਵਾਂਗੇ ਉਨਾ ਹੀ ਆਪਾਂ x ਐਕਸਿਸ ਵਾਲੇ ਪਾਸੇ ਜਿਹੜਾ ਹੈ ਉਹ ਵੀ ਜਾਵਾਂਗੇ। ਤਾਂ ਜਿਹੜੀ ਪੂਰਤੀ ਵਕਰ ਬਣੇਗੀ ਉਹ ਕੀ ਬਣੇਗੀ? ਉਹ ਬਿਲਕੁਲ 45 ਡਿਗਰੀ ਤੇ ਇੱਕ ਰੇਖਾ ਜਿਹੜੀ ਹੈ ਉਹ ਬਣ ਜਾਏਗੀ। ਫਿਰ ਕੀ ਹੋਏਗਾ? ਇੱਕ ਐਜੀ ਸਟੇਜ ਆਏਗੀ ਆਪਣੀ ਅਰਥ ਵਿਵਸਥਾ ਦੇ ਵਿੱਚ ਜਿੱਥੇ ਆਪਣੀ ਅਰਥ ਵਿਵਸਥਾ ਦੇ ਵਿੱਚ ਪੂਰਨ ਰੋਜ਼ਗਾਰ ਆ ਜਾਏਗਾ। ਜਦੋਂ ਪੂਰਨ ਰੋਜ਼ਗਾਰ ਆ ਗਿਆ ਤਾਂ ਕੁੱਲ ਪੂਰਤੀ ਜਿਹੜੀ ਹੈ ਉਹ ਕੀ ਹੋ ਜਾਏਗੀ? ਉਹ ਸਥਿਰ ਹੋ ਜਾਏਗੀ। ਕਿਉਂ? ਕਿਉਂਕਿ ਜਿੰਨਾ ਰੋਜ਼ਗਾਰ ਸੀ ਸਾਰਾ ਦਾ ਸਾਰਾ ਲੱਗ ਗਿਆ, ਜਿੰਨੇ ਵੀ ਉਤਪਾਦਨ ਦੇ ਸਾਧਨ ਸੀ ਸਾਰੇ ਦੇ ਸਾਰਿਆਂ ਨੂੰ ਕੰਮ ਤੇ ਲਾਤਾ। ਧਿਆਨ ਰੱਖਣਾ, ਮੈਂ ਤੇ ਫਿਰ ਇੱਕ ਗੱਲ ਰਿਪੀਟ ਕਰ ਰਿਹਾ ਵੀ ਜਦੋਂ ਆਪਾਂ ਰੋਜ਼ਗਾਰ ਦੀ ਗੱਲ ਕਰਨੀ ਹੈ ਤਾਂ ਆਪਾਂ ਸਿਰਫ ਮਜ਼ਦੂਰਾਂ ਦੀ ਗੱਲ ਨਹੀਂ ਕਰਨੀ। ਰੋਜ਼ਗਾਰ ਦਾ ਮਤਲਬ ਹੈ ਉਤਪਾਦਨ ਦੇ ਸਾਧਨਾਂ ਨੂੰ ਦਿੱਤਾ ਜਾਣ ਵਾਲਾ ਰੋਜ਼ਗਾਰ, ਜਿੰਦੇ ਵਿੱਚ ਭੂਮੀ ਵੀ ਹੈ, ਪੂੰਜੀ ਵੀ ਹੈ, ਮਜ਼ਦੂਰ ਵੀ ਹੈ, ਉਦਮ ਵੀ ਹੈ। तो कहते भी जिन्ना भी रोजगार है, जिन्ने भी उत्पादन दे साधन ने, तुसी सारे दे सारे काम ते लाते। हुण तुहाडे कोल कोई उत्पादन दा साधन बाकी नहीं हैगा। हुण जे उत्पादन दे साधन ही नहीं बदलणगे तां फिर
जेकर उत्पादन नहीं बढ़ेगा तो फिर पूर्ति किवें होएगी, जे उत्पादन ही नहीं बढ़ेगा तो फिर उत्पादन के साधनों ਨੂੰ आमदन किवें देवांगे, तो सारा कुछ जिहड़ा है वो की हो जाना है, बिल्कुल फिक्स हो जाना है। तो जिहड़ी अपनी पूर्ति वक्र है वो की बन जाएगी, वो बन जाएगी y एक्सिस दे पैरेलल। तो आपां मन के चलदे आ कि अपने कोल ON जिहड़े ने वो उत्पादन दे साधन मौजूद ने। हुण आपां की करना है, हुण आपां एक कुल मंग वक्र बनानी है। तो केंद्र के मुताबिक कुल मंग कदे भी जीरो नहीं हुंदी, क्यों? क्योंकि कुल मंग जिहड़ी है वो उपभोग ते निवेश का जोड़ है। अगर मान लो ਤੁਹਾਡੀ ਆਮਦਨ ਜ਼ੀਰੋ ਵੀ ਹੈ ਤਾਂ ਵੀ ਤੁਹਾਡਾ ਉਪਭੋਗ ਜ਼ੀਰੋ ਨਹੀਂ ਹੋਏਗਾ, ਤੁਹਾਡਾ ਨਿਵੇਸ਼ ਜ਼ੀਰੋ ਨਹੀਂ ਹੋਏਗਾ। ਕਿਉਂ? ਕਿਉਂਕਿ ਨਿਵੇਸ਼ ਕਿੰਨੇ ਕਰਨਾ ਹੈ? ਉਹ ਸਰਕਾਰ ਨੇ ਕਰਨਾ ਹੈ। ਉਹ ਕਿਹੜਾ ਨਿਵੇਸ਼ ਹੈ? स्वचलित निवेश है, ਜਿਹੜਾ ਜ਼ੀਰੋ ਆਮਦਨ ਤੇ ਵੀ ਜ਼ੀਰੋ ਨਹੀਂ ਹੁੰਦਾ। ਤਾਂ ਉਪਭੋਗ ਵੀ ਜ਼ੀਰੋ ਆਮਦਨ ਤੇ ਜ਼ੀਰੋ ਨਹੀਂ ਹੁੰਦਾ। ਕਿਉਂ? ਕਿਉਂਕਿ ਆਪਾਂ ਇੱਕ ਮਿਨੀਮਮ ਪੱਧਰ ਦਾ ਉਪਭੋਗ ਜਿਹੜਾ ਹੈ ਉਹ ਕਰਨਾ ਹੀ ਕਰਨਾ ਹੈ। ਤਾਂ ਕਿਉਂਕਿ ਦੋਨੋਂ ਜ਼ੀਰੋ नहीं हो सकते, तो अपनी कुल मंग भी जीरो नहीं हो सकती। तो अपनी जिहड़ी है वो कुल मंग वक्र जिहड़ी है वो बन गई, जिहड़ी किंदे बराबर है? जिहड़ी है उपभोग जमा निवेश। तो इत्थे जिहड़ा है वो की हो गया, वो अपना संतुलन का बिंदु आ गया ई के मुताबिक अपनी अर्थव्यवस्था दे विच N1 लोग जिहड़े ने उन्हां नूं कम मिलेगा, यानी अपने कोल हैगे किन्ने सी ON, कम किन्नू मिलेगा ON1 नूं। मतलब अपनी अर्थव्यवस्था दे विच N1N लोग जिहड़े ने एक ही होणगे, बेरोजगार होणगे। यानी हुण केन्स ये कहंदे है भी संतुलन उदों होएगा जदों कुल मंग ते कुल पूर्ति एक दूजे दे बराबर होणगे। पर सपोज करो भी जे कुल मंग ते कुल पूर्ति एक दूजे दे बराबर नहीं हैगे तो फिर की हो सकता है? जेकर कुल मंग ते कुल पूर्ति एक दूजे दे बराबर नहीं हैगे तो हो की सकता है? पहली ऑप्शन दा ए हो सकती है कि कुल मंग जिहड़ी है वो कुल पूर्ति तो ज्यादा हो सकती है। दूसरा ऑप्शन की है कि जिहड़ी कुल पूर्ति है वो कुल मंग तो ज्यादा हो सकती है। तो ये दोनों हालात जिहड़े ने वो आपां नूं अपनी डायग्राम दे अंदर जिहड़ा है वो नजर आ रहे ने। किस तरह नजर आ रहे ने? ई पॉइंट ते दोनों जिहड़े ने वो एक दूजे दे बराबर ने। हुण अगर आपां ई पॉइंट तो पहला आ जाइए तो ई पॉइंट तो पहला की है, आ जिहड़ी आ लाइन जा रही है ये तुहाडी कुल मंग वक्र है, जिहड़ी ए वाली है। जिहड़ी आ है वो की है? वो कुल पूर्ति है। तो कुल मंग वाली वक्र ऊपर है, कुल पूर्ति वाली वक्र नीचे है। मतलब कुल मंग कुल पूर्ति तो ज्यादा है। यही चीज आप अपने टेबल दे विच भी दिखाई सी कि हुण मंग ज्यादा है, पूर्ति उतनी है नहीं। मतलब की हो रहा है कि पूर्ति घट हो रही है, उत्पादन घट हो रहा है। जे उत्पादन घट हो रहा है इहदा मतलब जिहड़े उत्पादन दे साधन ने उन्हां नूं आपां पूरा रोजगार जिहड़ा है वो नहीं दे पा रहे। मतलब रोजगार घट है तो उत्पादकां नूं लगेगा भी क्योंकि मंग अर्थव्यवस्था दे विच ज्यादा है, ਅਸੀਂ ਉਹਦੀ पूर्ति नहीं कर रहे तो सानू की करना चाहिए? सानू पूर्ति नूं ਵਧਾਉਣਾ चाहिए। तो की करनगे? अपनी पूर्ति दा पद्धर ਵਧਾਉਣਗੇ ताकि ਜਿਹੜੀ ਵਧੀ ਹੋਈ ਮੰਗ ਹੈ ਉਹਨੂੰ ਪੂਰਾ ਕਰ ਸਕਣ। तो पूर्ति ਵਧਾਉਣਗੇ ਉਹਦੇ ਵਾਸਤੇ ਕੀ ਕਰਨਾ ਪੈਣਾ? ਜੇ ਉਹ ਚਾਹੁੰਦੇ ਨੇ ਕਿ ਬਾਜ਼ਾਰ ਦੇ ਵਿੱਚ ਅਸੀਂ पूर्ति ज्यादा करनी है, मतलब चीज़ां ज्यादा भेजनियां ने, तो ਉਹਦੇ ਵਾਸਤੇ ਕੀ करना पेगा? उत्पादन ਜਿਹੜਾ ਉਹਨੂੰ ਵਧਾਉਣਾ पेगा। ਜੇ उत्पादन ਵਧਾਉਣਾ है तो रोजगार ਦਾ ਪੱਧਰ ਵਧਾਉਣਾ पेगा। ठीक है? अगर ਆਪਾਂ ਇੱਥੇ ਇੱਕ ਪੁਆਇੰਟ ਲੈ ਲਈਏ, मैं ਕਹਾਂ ਕਿ ਸਪੋਜ਼ ਕਰੋ ਸ਼ੁਰੂਆਤ ਦੇ ਵਿੱਚ ਉਹ N2 ਲੋਕਾਂ ਨੂੰ ਕੰਮ ਦਿੰਦੇ ਪਏ ਨੇ। ਹੁਣ ਉਹਨਾਂ ਨੂੰ ਲੱਗਿਆ ਵੀ N2 ਦੇ ਉੱਪਰ ਕੁੱਲ ਮੰਗ ਜਿਹੜੀ ਹੈ ਉਹ ਇੰਨੀ ਹੈ, ਕੁੱਲ ਪੂਰਤੀ ਜਿਹੜੀ ਹੈ ਉਹ ਇੰਨੀ ਹੈ। ਤਾਂ ਆ ਜਿਹੜਾ ਗੈਪ ਹੈ ਇਹ ਕੀ ਦਿਖਾ ਰਿਹਾ ਹੈ? ਇਹ ਦਿਖਾ ਰਿਹਾ ਹੈ ਵੀ ਜਿਹੜੀ ਕੁੱਲ ਮੰਗ ਹੈ ਉਹ ਕੁੱਲ ਪੂਰਤੀ ਨਾਲੋਂ ਜ਼ਿਆਦਾ ਹੈ। ਮੰਗ ਜ਼ਿਆਦਾ ਹੈ, पूर्ति घट है, तो की करना है? पूर्ति बढ़ानी है। पूर्ति बढ़ानी है तो की करना पेगा? उत्पादन बढ़ाना पेगा। उत्पादन बढ़ाना पेगा तो की होएगा? रोजगार बढ़ाना पेगा। तो वो की करेंगे? ज्यादा लोगों को काम देंगे ते आपां अगे वाले पासे जिहड़ा है वो जावांगे। तो जेकर कुल मंग कुल पूर्ति नालों ज्यादा है तो उत्पादक की करेंगे? वो जिहड़ी वध मंग है ਉਹਨੂੰ पूरा करने वास्ते अर्थव्यवस्था ਦੇ ਵਿੱਚ पूर्ति ਨੂੰ ਵਧਾਉਣਗੇ, ਉਹਦੇ ਵਾਸਤੇ उत्पादन ਵਧਾਉਣਗੇ, ਉਹਦੇ ਵਾਸਤੇ ਜ਼ਿਆਦਾ ਲੋਕਾਂ ਨੂੰ ਕੰਮ ਦੇਣਗੇ। ਤਾਂ ਕੀ ਹੋਏਗਾ? अर्थव्यवस्था ਦੇ ਵਿੱਚ ਰੋਜ਼ਗਾਰ ਦਾ ਪੱਧਰ ਜਿਹੜਾ ਹੈ ਉਹ ਵਧੇਗਾ। ਉਲਟਾ ਪਕੜ ਲਓ। ਹੁਣ ਆਪਾਂ ਆ ਸਿਚੁਏਸ਼ਨ ਲੈ ਲੈਂਦੇ ਆ। अगर आप कहिए भी ई पॉइंट ते
कुल मंग ते कुल पूर्ति बराबर ने। अगर आप ई पॉइंट के सज्जे पासे चले जाइए, अगर सपोज करो भी जेडे अपने उत्पादक ने उन्होंने गलती नाल ON3 लोगों को काम देता। हुन ON3 ते की है भी जेडी पूर्ति वक्र है आ जा रही है, आ है पूर्ति एनी, मंग जेडी है वो एनी है। अगर मैं कहूं कि पूर्ति ए है ते मंग बी है, यानी पूर्ति ज्यादा हो रही है मंग है नहीं, उन्होंने लगेगा भी असि बाजार दे विच ज्यादा चीज़ां भेजदे पे हां। देखो पूर्ति ऊपर है मंग नीचे है, उन्होंने लगेगा असि बाजार दे विच ज्यादा चीज़ां भेजदे पे हां, उन्नियां चीज़ां बाजार दे विच विक नहीं रहीआं, तां की होएगा साडा बड़ा सारा सामान जिहड़ा है वो ऐसा होएगा जिहड़ा अनविकिया रह जाएगा। हुण जे सामान अनविकिया रह जाएगा तो वो अगले साल की करेंगे, वो घट उत्पादन करने की योजना बनाएंगे। बिलो जी इस साल उत्पादन कीता सी वो विकिया को नहीं, तो अगले साल असि की करदे हां घट चीज़ां बनावांगे। जो घट चीज़ां बनाएंगे की होएगा, हुण उत्पादन घट करेंगे, उत्पादन घट करने वास्ते की करेंगे, रोजगार दा पद्धर घटा देंगे, तो जिहड़ा N3 लोकां नूं काम मिलिया होया सी वो वापस आके किथे आ जाएगा, N1 ते जिहड़ा है वो आ जाएगा। मतलब अखीर दे ऊपर जिहड़ा संतुलन है वो ई बिंदु ते ही आना है। ताई आपां कहा सी भी जिहड़ा संतुलन है उनकी एक विशेषता हुंदी है कि संतुलन हमेशा स्थिर हुंदा है। स्थिर हुंदा मतलब की है भी जेकर तुसी किसी पॉइंट नूं संतुलन दा बिंदु कहता, जे तुसी उस तो अगे चले गए या तुसी उस तो पीछे चले गए तो तुसी वापस उस पॉइंट के ऊपर जिहड़ा है वो आ ही जाओगे। तो ये है कुल मंग कुल पूर्ति विधि दे विच अगर कोई बदलाव हो जाता है तो वापस तुसी उस संतुलन दे बिंदु ते जिहड़ा है वो आ जाओगे। ठीक हो गया जी, मैं लगता है भी इत्थे तक तुहानू गल जिहड़ी है वो समझ आ गई होएगी। हुण आपां चलदे हां केन्स दी ही दूसरी विधि दे मुताबिक जिहड़ी है बचत निवेश विधि। यानी हुण आपां की करांगे, हुण आपां अर्थव्यवस्था दे विच खास तौर ते समष्टि अर्थशास्त्र दे विच आपां संतुलन दा पद्धर निकालांगे, पर उहदे वास्ते जिहड़ी आपां विधि यूज करांगे वो होएगी बचत निवेश विधि। यानी आपां की करांगे, एक बचत वक्र बनावांगे, नंबर 2 एक निवेश वक्र बनावांगे, फिर दोनों नूं बराबर कर देंगे। जिथे बचत ते निवेश एक दूजे दे बराबर आएंगे आपां कहांगे उत्थे की है अर्थव्यवस्था दे विच संतुलन आ गया है। हुण किवें आंदा है, आपां हुणे गल कीती भी जेहड़ी अर्थव्यवस्था है वो संतुलन च किथे होएगी जिथे कुल मंग ते कुल पूर्ति एक दूजे दे बराबर होणगे। हुण कुल मंग कितने बराबर है, उपभोग जमा निवेश के बराबर है, तो मैं कुल मंग की थां ते की लिखता उपभोग जमा निवेश। कुल पूर्ति आपां हुणे एक्स एक्सिस से ले सी भी आपां क्या भी कुल पूर्ति बोलो, उत्पादन बोलो, रोजगार बोलो, आमदन बोलो, एक कोई गल है। तो कुल पूर्ति ते आमदन एक कोई चीज होगी। हुण आपां नूं जिन्नी आमदन हुंदी है आपां की करदे हां, या तां आपां उहदा उपभोग कर लैंदे हां या फिर आपां उहदी बचत कर लैंदे हां। तां आमदन दे दो हिस्से हुंदे ने, उपभोग जमा बचत। हुण इधर भी उपभोग पे है, इधर भी उपभोग पे है, तां आपां उपभोग नूं की कर दिंदे हां, घट दिंदे हां। यानी बराबर की आ गए बचत ते निवेश जिहड़े ने वो एक दूजे दे बराबर आ गए। यानी संतुलन उत्थे भी आएगा जिथे बचत ते निवेश एक दूजे दे बराबर होणगे। यानी हुण अगर आपां केन्स दी बचत ते निवेश विधि जिहड़ी है वो वरतना चाहते हां तां आपां नूं की करना पएगा, सब तो पहला एक बचत वक्र बनानी पएगी, फिर आपां नूं एक निवेश वक्र बनानी पएगी, फिर आपां दोनों नूं बराबर करांगे। हुण इहदे वास्ते आपां कोई नवा टेबल नहीं बनाना, जो आपां अपना पुराना टेबल बनाया सी ओनू ही यूज करांगे। तां सब तो पहला उहदे च आपां की बनाया सी आमदन, फिर आपां की बनाया सी उपभोग, फिर आपां की बनाया सी निवेश, फिर आपां की कीता सी उपभोग ते निवेश नूं जोड़ के कुल मंग बना दी सी। हुण आपां नूं कुल मंग दी लोड़ ही नहीं है क्योंकि आपां बचत ते निवेश विधि जिहड़ी है वो यूज करन जा रहे हां। तां देखो अपनी आमदन कितनी सी 0, तां अपना उपभोग कितना सी 10, ठीक हो गया। तां एक ही हो गया अपना मिनिमम पद्धर दा उपभोग जिहड़ा है वो हो गया। फिर अपनी आमदन 10 हुई तो अपना भोग कितना हो गया 15। क्यों? क्योंकि अपना
ਮੰਨ ਕੇ ਚੱਲਦੇ ਹਾਂ ਕਿ ਜਿਹੜੀ ਆਪਣੀ ਸੀਮਾਂਤ ਉਪਭੋਗ ਪ੍ਰਵਰਤੀ ਹੈ ਉਹ ਕਿੰਨੀ ਹੈ 0.5 ਹੈ मतलब जितनी अपनी आमदन बदलेगी अपना उपभोग उस तो अद्धा बदलेगा यानी आमदन 10 बदलेगी तो उपभोग 5 बदलेगा ता हुन अगर आमदन 20 कर दिए तो इथे उपभोग कितना आ जाएगा 20 आमदन 30 हो जाए उपभोग 25 आमदन 40 उपभोग 30 आमदन 50 उपभोग 35 आमदन 60 उपभोग 40 आ 60 ਤੇ ਜਿਹੜਾ ਹੈ ਉਹ ਆਪਾਂ ਆ ਕੇ ਰੁਕ ਜਾਵਾਂਗੇ ਕਿਉਂਕਿ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਆਪਣੀ ਅਰਥ ਵਿਵਸਥਾ ਦੇ ਵਿੱਚ 60 ਲੱਖ ਲੋਕ ਨੇ ਜਿਹੜੇ ਕੰਮ ਕਰਨ ਵਾਲੇ ਨੇ ਤਾਂ 60 ਲੱਖ ਤੇ ਆ ਕੇ ਕੀ ਹੋ ਜਾਏਗਾ ਆਪਣੀ ਆਮਦਨ ਫਿਕਸ ਹੋ ਜਾਏਗੀ ਕਿਉਂਕਿ 60 ਲੱਖ ਤੇ ਕੀ ਹੋਏਗਾ ਆਪਣੀ ਅਰਥ ਵਿਵਸਥਾ ਦੇ ਵਿੱਚ ਪੂਰਨ ਰੋਜ਼ਗਾਰ ਜਿਹੜਾ ਹੈ ਉਹ ਆ ਜਾਏਗਾ ਤਾਂ ਹੁਣ ਅਗਰ ਆਪਾਂ ਨਿਵੇਸ਼ ਦੀ ਗੱਲ ਕਰੀਏ ਤਾਂ ਨਿਵੇਸ਼ ਤਾਂ ਆਪਣਾ ਜਿਹੜਾ ਉਹ ਕੇਂਸ ਦੇ ਮੁਤਾਬਿਕ स्वचालित निवेश है ਜਿਹੜਾ ਕਿ ਫਿਕਸ ਹੈ ਉਹਨਾਂ ਦਾ ਚੇਂਜ ਹੋਣਾ ਹੀ ਨਹੀਂ ਉਹ ਤਾਂ 10 ਤੇ ਹੀ ਰਹੇਗਾ ਹੁਣ ਆਪਾਂ ਅਗਲਾ ਕਾਲਮ ਜਿਹੜਾ ਬਣਾਵਾਂਗੇ ਉਹ ਆਪਾਂ ਬਣਾਵਾਂਗੇ ਬਚਤ ਦਾ ਕਿਉਂ ਬਣਾਵਾਂਗੇ ਕਿਉਂਕਿ ਆਪਾਂ ਵਿਧੀ ਕਿਹੜੀ ਲਾਈ ਹੈ ਬਚਤ ਤੇ ਨਿਵੇਸ਼ ਵਿਧੀ ਹੁਣ ਨਿਵੇਸ਼ ਤਾਂ ਆਪਾਂ ਨੂੰ ਪਤਾ ਹੈ ਉਹ ਤਾਂ ਫਿਕਸ ਹੈ ਹੁਣ ਆਪਾਂ ਨੂੰ ਜੋ ਚੀਜ਼ ਕੈਲਕੂਲੇਟ ਕਰਨ ਦੀ ਲੋੜ ਹੈ ਉਹ ਕੀ ਹੈ ਉਹ ਆਪਾਂ ਆਪਣੀ ਬਚਤ ਜਿਹੜੀ ਹੈ ਉਹ ਕੈਲਕੂਲੇਟ ਕਰਨੀ ਹੈ ਹੁਣ ਸੋਚੋ ਵੀ ਬਚਤ ਜਿਹੜੀ ਹੈ ਉਹ ਕਿੰਨੇ ਬਰਾਬਰ ਹੁੰਦੀ ਹੈ ਤਾਂ ਆਪਾਂ ਕਿਹਾ ਸੀ ਵੀ ਜਿਹੜੀ ਆਮਦਨ ਹੈ ਉਹਦੇ ਦੋ ਹਿੱਸੇ ਹੋਣਗੇ ਜਾਂ ਤਾਂ ਆਪਾਂ ਕੀ ਕਰਾਂਗੇ उपभोग करांगे या ਆਪਾਂ ਕੀ ਕਰਾਂਗੇ बचत करांगे अगर ਆਪਾਂ बचत पता करनी है तो की करो उपभोग ਨੂੰ ਚੱਕ ਕੇ ਇੱਧਰ ਲੈ ਆਓ ਤਾਂ ਆਮਦਨ ਦੇ ਵਿੱਚੋਂ अगर ਆਪਾਂ ਆਪਣਾ उपभोग ਜਿਹੜਾ ਉਹ ਮਾਈਨਸ ਕਰ ਦਈਏ ਤਾਂ ਕੀ ਹੋ ਸਕਦਾ ਹੈ ਆਪਣੀ बचत ਜਿਹੜੀ है ਉਹ ਕੈਲਕੂਲੇਟ ਹੋ ਸਕਦੀ ਹੈ सिंपल जी गल है अगर मैं 100 रुपए कमाना तो 100 रुपए दे विचों अगर मैं 80 रुपए का उपभोग कर लेना तो मेरी बचत कितनी हुई 20 रुपए मैं किवें पता लगाया 100 रुपए की मेरी आमदन सी 80 रुपए का मेरा उपभोग सी तो 100 रुपए चों 80 रुपए घटाते बाकी अपने 20 रुपए जेडे ने वो बच गए मतलब की हो गया आपां नू बचत होगी तो हुण देखो आमदन अपनी 0 है आपा 0 आमदन ते भी 10 का उपभोग करदे पे तो मतलब बचता कितनी हो गया फिर -10 क्यों क्योंकि देखो पुट करके देखो आमदन कितनी 0 उपभोग कितना 10 0 -10 कितना आ जाएगा -10 हुन आमदन ਤੁਹਾਡੀ 10 ਰੁਪਏ ਦੀ ਹੈ उपभोग ਤੁਸੀਂ 15 ਰੁਪਏ ਦਾ ਕਰਦੇ ਪਿਓ ਬਚਤਾਂ ਕਿੰਨੀਆਂ ਹੋ ਗਈਆਂ -5 ਹੁਣ ਆਮਦਨ ਤੁਹਾਡੀ 20 ਰੁਪਏ ਦੀ ਹੈ उपभोग ਵੀ ਕਿੰਨਾ ਹੈ 20 ਰੁਪਏ ਦਾ ਤਾਂ ਆਮਦਨ ਜਿਹੜੀ ਬਚਤ ਹੈ ਉਹ ਕਿੰਨੀ ਹੋ ਗਈ 0 ਕਿਉਂ ਹੋ ਗਈ ਕਿਉਂਕਿ ਜਿੰਨਾ ਤੁਸੀਂ ਕਮਾ ਰਹੇ ਹੋ मतलब ਜਿੰਨੀ ਤੁਹਾਡੀ ਆਮਦਨ ਹੈ ਉਨਾ ਹੀ ਤੁਸੀਂ उपभोग ਕਰਦੇ ਪਏ ਹੋ ਤਾਂ ਕੀ ਹੋ ਗਿਆ ਬਚਤ ਕਿੰਨੀਆਂ ਹੋਣਗੀਆਂ 0 ਹੁਣ ਆਮਦਨ ਤੁਹਾਡੀ 30 ਰੁਪਏ ਹੈ 25 रुपए का तुसी उपभोग किया बचत कितनी आई 5 आमदन ਤੁਹਾਡੀ 40 है 30 रुपए का तुसी उपभोग किया बचत कितनी आई 10 ਹੁਣ ਆਮਦਨ ਤੁਹਾਡੀ 50 रुपए ਦੀ है तुसी उपभोग किया 35 रुपए ਦਾ यानी बचत कितनी होगी 15 रुपए ਦੀ आमदन ਤੁਹਾਡੀ 60 रुपए ਦੀ है उपभोग किया तुसी 40 रुपए ਦਾ ਤਾਂ बचत कितनी आ गई 20 रुपए ਦੀ ਤਾਂ ਆਪਣੀ ਬਣ ਗਈ बचत दी वक्त ठीक हो गया बचत बना लिया हुन ऐसा पॉइंट लगो जिथे बचत ते निवेश एक दूसरे दे बराबर हों ता अपना पॉइंट केड़ा आ रहा है आ वाला पॉइंट आ रहा है जिथे अपना बचत कितनी है 10 दी अपना निवेश भी कितना है 10 दा ता बचत ते निवेश किने बराबर ने जे बचत निवेश बराबर ने ता एक ही होएगा अपना संतुलन दा बिंदु जेड़ा है वो आ जाएगा क्यों हुन सोचो भी अगर आपा कुल मांग कुल पूर्ति विधि निकाली सी ओथे भी संतुलन किथे आया सी 40 लाख लोकां ते हुन भी किथे आया है 40 लाख लोकां ते ता संतुलन हमेशा उसे ही पॉइंट ते आना है चाहे तुसी कुल मांग विधि कुल पूर्ति विधि यूज कर लो चाहे तुसी बचत ते निवेश विधि यूज कर लो संतुलन दा पॉइंट ਤੁਹਾਡਾ ਉਹੀ ਰਹੇਗਾ ਹੁਣ अगर ਆਪਾਂ ਇਸ ਚੀਜ਼ ਨੂੰ ਇੱਕ ਡਾਇਗਰਾਮ ਦੇ ਥਰੂ ਦਿਖਾਣਾ ਹੈ ਤਾਂ ਆਪਾਂ ਉਹ ਵੀ ਦਿਖਾ ਸਕਦੇ ਹਾਂ ਤਾਂ ਹੁਣ ਆਪਾਂ ਬਣਾਉਂਦੇ ਹਾਂ ਇੱਕ ਡਾਇਗਰਾਮ ਤਾਂ ਆਪਾਂ ਇੱਥੇ ਆਪਣੀ ਡਾਇਗਰਾਮ ਬਣਾ ਲੈਂਦੇ ਹਾਂ ਡਾਇਗਰਾਮ ਦੇ ਵਿੱਚ ਆਪਾਂ ਜਿਹੜਾ ਬਰਾਬਰ ਕਰਾਣਾ ਹੈ ਉਹ ਕਿਹਨੂੰ ਕਰਾਣਾ ਹੈ ਬਚਤ ਤੇ ਨਿਵੇਸ਼ ਨੂੰ ਤਾਂ ਆਪਾਂ ਕੀ ਕਰਦੇ ਹਾਂ ਇੱਧਰ ਲਿਖ ਲੈਂਦੇ ਹਾਂ ਬਚਤ ਨਾਲ ਕੀ ਲੈ ਲੈਂਦੇ ਹਾਂ ਨਿਵੇਸ਼ ਹੁਣ ਬਚਤ ਜਿਹੜੀ ਹੈ ਉਹ ਕਿੰਦੇ ਤੇ ਨਿਰਭਰ ਕਰਦੀ ਹੈ ਆਮਦਨ ਤੇ ਇੱਧਰ ਆਪਾਂ ਕੀ ਲੈ ਲੈਂਦੇ ਆ ਆਮਦਨ ਦਾ ਪੱਧਰ ਜਿਹੜਾ ਹੈ ਉਹ ਲੈ ਲੈਂਦੇ ਆ ਤਾਂ ਆਮਦਨ ਆਪਣੀ ਕਿੰਨੀ ਹੈ 10 ਹੈ 20 ਹੈ 30 40 50
बचत ਦੀਆਂ ਵੈਲਿਊਜ਼ ਇਸ ਡਾਇਗਰਾਮ ਦੇ ਵਿੱਚ ਅਗਰ ਆਪਾਂ ਭਰਨਾ ਚਾਹੁੰਦੇ ਆ ਤਾਂ ਬਚਤ ਜਿਹੜੀ ਹੈ ਉਹ ਆਮਦਨ ਤੇ ਨਿਰਭਰ ਕਰਦੀ ਹੈ ਤਾਂ ਆਮਦਨ ਦੀਆਂ ਵੈਲਿਊਜ਼ ਦੇ ਮੁਤਾਬਿਕ ਹੀ ਆਪਾਂ ਨੂੰ ਬਚਤ ਦੀਆਂ ਵੈਲਿਊਜ਼ ਪੁੱਟ ਕਰਨੀਆਂ ਪੈਣਗੀਆਂ ਕਿਉਂਕਿ ਆਪਾਂ ਕਹੀਏ ਸਪੋਜ਼ ਕਰੋ ਮੈਂ ਕਹਾਂ ਕਿ ਬਚਤ ਮੇਰੀ -10 ਹੈ ਜਾਂ ਮੈਂ ਕਹਾਂ ਕਿ ਬਚਤ ਮੇਰੀ 15 ਹੈ ਉਹ ਕਹੇਗਾ ਬਚਤ ਤੇਰੀ 15 ਹੈ ਪਰ ਤੇਰੀ ਕਿੰਨੀ ਆਮਦਨ ਹੈ ਤਾਂ ਹਮੇਸ਼ਾ ਆਮਦਨ ਪਤਾ ਹੋਏਗੀ ਤਾਂ ਹੀ ਬਚਤ ਜਿਹੜਾ ਹੈ ਉਹ ਆਪਾਂ ਪਲਾਟ ਕਰ ਸਕਦੇ ਹਾਂ ਹੁਣ ਯਾਦ ਕਰੋ ਮੈਂ ਇੱਕ ਰੂਲ ਤੁਹਾਨੂੰ ਦੱਸਿਆ ਸੀ ਵੀ ਆਮ ਤੌਰ ਤੇ ਜਿਹੜਾ ਹੈ ਉਹ ਇਹ ਕਿਹਾ ਜਾਂਦਾ ਹੈ ਵੀ ਜਿਹੜੇ ਨਿਰਭਰ ਚਰ ਨੇ ਉਹ ਕਿੱਥੇ ਲੈ ਜਾਂਦੇ ਨੇ x ਐਕਸਿਸ ਤੇ ਸੁਤੰਤਰ ਚਰ ਕਿੱਥੇ ਲੈ ਜਾਂਦੇ ਨੇ y ਐਕਸਿਸ ਤੇ ਠੀਕ ਹੈ ਹੁਣ ਆਪਣਾ ਉਹ ਜਿਹੜਾ ਰੂਲ ਤੁਹਾਨੂੰ ਦੱਸਿਆ ਜਾਂਦਾ ਹੈ ਉਹ ਗਲਤ ਪ੍ਰੂਫ ਹੋ ਰਿਹਾ ਹੈ ਕਿਉਂਕਿ ਬਚਤ ਕੀ ਹੈ ਉਹ ਇੱਕ ਨਿਰਭਰ ਚਰ ਹੈ ਜਿਹੜੀ ਕਿੰਦੇ ਤੇ ਨਿਰਭਰ ਕਰਦੀ ਹੈ ਆਮਦਨ ਤੇ ਨਿਰभर करती है यानी आमदन की हो गया स्वतंत्र चर हो गया यानी आमदन किधर पे है x एक्सिस पे तो बचत किधर पई है y एक्सिस पे ਤਾਂ ਇਸ ਤਰ੍ਹਾਂ ਦਾ ਕੋਈ ਰੂਲ ਨਹੀਂ ਹੈਗਾ ਵੀ ਆਪਾਂ ਹਮੇਸ਼ਾ ਜਿਹੜੇ ਸੁਤੰਤਰ ਚਰ ਨੇ ਉਹਨਾਂ ਨੂੰ ਆਪਾਂ y ਐਕਸਿਸ ਤੇ ਲੈਣਾ ਹੈ ਤੇ ਜਿਹੜੇ ਨਿਰਭਰ ਚਰ ਨੇ ਉਹਨੂੰ ਆਪਾਂ x ਐਕਸਿਸ ਤੇ ਲੈਣਾ ਹੈ ਡਾਇਗਰਾਮ ਉਸ ਰੂਲ ਨੂੰ ਖੁਦ ਗਲਤ ਜਿਹੜਾ ਹੈ ਉਹ ਪ੍ਰੂਫ ਕਰ ਰਹੀ ਹੈ ਤਾਂ ਆਪਾਂ x ਐਕਸਿਸ ਲੈ ਲੈਂਦੇ ਆ ਇਧਰ ਆਪਾਂ y ਐਕਸਿਸ ਲੈ ਲੈਂਦੇ ਆ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ बचत के निवेश बनाने ने ਤਾਂ ਹੁਣ ਧਿਆਨ ਨਾਲ ਦੇਖਿਆ ਜਾਏ ਕਿ ਨਿਵੇਸ਼ ਤਾਂ 10 ਤੇ ਫਿਕਸ ਹੈ ਇਹ ਤਾਂ ਆਪਾਂ ਸਿੱਧੀ ਵਕਰ ਬਣਾ ਦਿਆਂਗੇ ਬਚਤ ਜਿਹੜੀ ਹੈ ਉਹ ਮਾਈਨਸ ਦੇ ਵਿੱਚ ਵੀ ਜਾ ਰਹੀ ਹੈ ਤੇ ਪਲੱਸ ਵਿੱਚ ਵੀ ਨਹੀਂ ਜਾ ਰਹੀ ਹੈ 20 ਯਾਨੀ ਆਪਾਂ ਨੂੰ ਥੱਲੇ ਮਾਈਨਸ ਵਾਲਾ ਪੋਰਸ਼ਨ ਜਿਹੜਾ ਹੈ ਉਹ ਵੀ ਲੈਣਾ ਪਏਗਾ ਯਾਨੀ ਹੁਣ ਦੇਖੋ ਵੱਧ ਤੋਂ ਵੱਧ ਵੈਲਿਊ ਬਚਤ ਦੀ ਕਿੰਨੀ ਹੈ 20 ਤਾਂ ਆਪਾਂ ਉੱਤੇ 5 ਦੇ ਜਿਹੜੇ ਨੇ ਉਹ ਸੈਗਮੈਂਟ ਲੈ ਲੈਂਦੇ ਆ 5 10 15 ਤੇ 20 ठीक है ਹੁਣ ਆਪਾਂ ਮਾਈਨਸ ਵੀ ਦਿਖਾਣਾ ਹੈ ਆ ਕਿੰਨਾ ਹੋ ਜਾਏਗਾ -5 ਤੇ ਆ ਕਿੰਨਾ ਹੋ ਜਾਏਗਾ -10 ਸਭ ਤੋਂ ਪਹਿਲੀ ਜਿਹੜੀ ਵਕਰ ਬਣਾਣੀ ਹੈ ਉਹ ਆਪਾਂ ਬਣਾਵਾਂਗੇ ਨਿਵੇਸ਼ ਦੀ ਵਕਰ ਕਿਉਂ ਕਿਉਂਕਿ ਉਹ ਸਿੱਧੀ ਹੈ ਹੁਣ ਉਹ ਤਾਂ 10 ਦੇ ਉੱਪਰ ਜਿਹੜਾ ਉਹ ਬਿਲਕੁਲ ਫਿਕਸ ਹੋ ਗਿਆ ਤਾਂ ਆ ਆਪਣੀ ਨਿਵੇਸ਼ ਵਕਰ ਜਿਹੜੀ ਹੈ ਉਹ ਬਣ ਗਈ ਇਹਨੂੰ ਆਪਾਂ ਨਾਮ ਦੇ ਦਿੰਦੇ ਆ I ਤਾਂ ਆਪਣੀ ਨਿਵੇਸ਼ ਵਕਰ ਬਣ ਗਈ ਹੁਣ ਚਾਹੇ ਆਮਦਨ 10 ਹੈ 20 ਹੈ 30 ਹੈ 40 ਹੈ 50 ਹੈ 60 है वो तब स्वचालित निवेश है सरकार कहती भी उसी करना ही करना है सानू भावे आमदन होवे ते भावे ना होवे भावे घट होवे भावे वध होवे असि निवेश उना ही करना है ता निवेश वक्र जेडी है वो फिक्स हो जाएगी हुन आपां की बनाना है बचत वक्र देखो आमदन 0 है ता बचत कितनी है -10 आमदन कितनी 0 बचत कितनी -10 आपना -10 वाला पॉइंट आ गया हुन आमदन 10 ता बचत -5 हुन आमदन वाले पास से 10 जाना है तो बचत वाले पास से कितना जाना है -5 ये पॉइंट आ गया आमदन 20 बचत 0 आमदन 20 बचता कितना 0 आमदन 30 बचत 5 आमदन 30 के सामने बचत कितनी होगी 5 आमदन 40 बचत 10 अपना 10 का पॉइंट आ गया फिर आमदन 50 बचत 15 आमदन 50 है तब बचत कितनी है 15 आमदन 60 है बचत कितनी है 20 आमदन 60 है तब बचत कितनी है 20 यानी अगर आप इन सारे पॉइंट्स को मिलाइए तो आपको की मिलेगा आपको अपनी बचत वक्र जेडी है वो मिल जानी है तो आ अपनी बचत वक्र बन गई इनो अपन नाम दे देंगे एसएस जेडी है वो अपनी बचत वक्र है ਹੁਣ ਦੇਖੋ ਕਿ ਬਚਤ ਤੇ ਨਿਵੇਸ਼ ਕਿਹੜੇ ਪੁਆਇੰਟ ਤੇ ਆ ਕੇ ਬਰਾਬਰ ਹੋ ਰਹੇ ਨੇ ਆਪਾਂ ਕਹਾਂਗੇ ਜੀ ਕਿ E ਪੁਆਇੰਟ ਤੇ ਬਰਾਬਰ ਹੋ ਰਹੇ ਨੇ ਇਹਦਾ ਮਤਲਬ ਜਿਹੜਾ ਆਪਣਾ ਸੰਤੁਲਨ ਦਾ ਬਿੰਦੂ ਹੈ ਉਹ ਕੀ ਹੋ ਗਿਆ E ਉਹਦੇ ਤੇ ਅਰਥ ਵਿਵਸਥਾ ਦੇ ਵਿੱਚ ਆਮਦਨ ਦਾ ਪੱਧਰ ਰੁਜ਼ਗਾਰ ਦਾ ਪੱਧਰ ਪੂਰਤੀ ਦਾ ਪੱਧਰ ਉਤਪਾਦਨ ਦਾ ਪੱਧਰ ਕਿੰਨੇ ਹੋ ਗਏ 40 ਹੋ ਗਏ ਤਾਂ ਇਹ ਆਪਣਾ ਸੰਤੁਲਨ ਦਾ ਪੱਧਰ ਜਿਹੜਾ ਹੈ ਉਹ ਆ ਗਿਆ ਦੇਖੋ ਗੱਲ ਕਲੀਅਰ ਹੁਣ ਆਪਾਂ ਕੀ ਕਿਹਾ ਸੀ ਹੁਣ ਆਪਾਂ ਕਿਹਾ ਵੀ ਜਦੋਂ ਸੰਤੁਲਨ ਆਏਗਾ ਉਦੋਂ ਕੀ ਹੋਏਗਾ ਬਚਤ ਤੇ ਨਿਵੇਸ਼ ਇੱਕ ਦੂਜੇ ਦੇ ਕੀ ਹੋਣਗੇ ਬਰਾਬਰ ਹੋਣਗੇ ਤਾਂ ਬਰਾਬਰ ਆ ਗਏ ਹੁਣ ਕਈ ਵਾਰੀ ਇਹ ਵੀ ਹੋ ਸਕਦਾ ਹੈ ਕਿ ਆਪਾਂ ਸੰਤੁਲਨ ਤੋਂ ਥੋੜਾ ਪਹਿਲਾਂ ਹੋਈਏ ਸੰਤੁਲਨ ਤੋਂ ਥੋੜਾ ਬਾਅਦ ਹੋਈਏ ਕਿਉਂਕਿ ਹੋ ਸਕਦਾ ਹੈ ਕਿ ਜਿਹੜੇ ਉਤਪਾਦਕ ਨੇ ਉਹਨਾਂ ਨੂੰ ਨਾ ਪਤਾ ਹੋਵੇ ਵੀ ਆਪਣਾ ਸੰਤੁਲਨ ਦਾ ਬਿੰਦੂ ਜਿਹੜਾ ਉਹ ਕਿਹੜਾ ਹੈ ਤਾਂ ਕੀ ਹੋ ਸਕਦਾ ਹੈ ਦੋ ਪੋਸਿਬਿਲਿਟੀਜ਼ ਹੋ ਸਕਦੀਆਂ ਨੇ ਪਹਿਲੀ ਕੀ ਹੋ ਸਕਦੀ ਹੈ ਹੁਣ ਧਿਆਨ ਨਾਲ ਮੈਂ ਕਿਹਾ ਵੀ ਜਿਹੜੇ ਆਪਣੇ ਉਤਪਾਦਕ ਨੇ ਉਹਨਾਂ ਨੂੰ ਸੰਤੁਲਨ ਦਾ ਬਿੰਦੂ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਵੀ ਸੰਤੁਲਨ ਕਿੱਥੇ ਆਣਾ ਹੈ ਤਾਂ ਅਗਰ ਪਤਾ ਹੀ ਨਹੀਂ ਤਾਂ ਕੀ ਹੋ ਸਕਦਾ ਹੈ
ਤਿੰਨ ਪੋਸਿਬਿਲਿਟੀਜ਼ ਹੋ ਸਕਦੀਆਂ ਨੇ। ਪਹਿਲਾ ਤਾਂ ਹੋ ਸਕਦਾ ਹੈ ਵੀ ਉਹ ਪਹਿਲਾਂ ਹੀ ਸੰਤੁਲਨ ਤੇ ਹੀ ਹੋਣ। ਦੂਜਾ ਕੀ ਹੋ ਸਕਦਾ ਹੈ, ਉਹ ਸੰਤੁਲਨ ਤੋਂ ਪਹਿਲਾਂ ਹੋ ਸਕਦੇ ਨੇ। ਦੂਜਾ ਉਹ ਸੰਤੁਲਨ ਤੋਂ ਬਾਅਦ ਹੋ ਸਕਦੇ ਨੇ। ਸਪੋਜ਼ ਕਰੋ ਕਿ ਉਹ ਸੰਤੁਲਨ ਤੋਂ ਪਹਿਲਾਂ ਨੇ। ਅਗਰ ਉਹ ਸੰਤੁਲਨ ਤੋਂ ਪਹਿਲਾਂ ਹੈ ਤਾਂ ਸੰਤੁਲਨ ਕਿੱਥੇ ਆ ਰਿਹਾ ਹੈ, 40 ਦੇ। ਆਪਾਂ ਉਸ ਤੋਂ ਪਹਿਲਾਂ ਇੱਕ ਪੁਆਇੰਟ ਲੈ ਲੈਂਦੇ ਆ। ਸਪੋਜ਼ ਕਰੋ ਵੀ ਉਹ ਹੈਗੇ ਨੇ ਜੀ 30 ਪੁਆਇੰਟ ਤੇ। ਹੁਣ ਅਗਰ ਆਪਾਂ 30 ਤੇ ਦੇਖੀਏ ਤਾਂ ਕੀ ਹੈ, ਨਿਵੇਸ਼ ਫੱਕਰ ਉੱਪਰ ਹੈ, ਬਚਤ ਫੱਕਰ ਥੱਲੇ ਹੈ। यानी कि निवेश ਜਿਹੜਾ ਹੈ ਉਹ ਕੀ ਹੈ, ਉਹ ਜ਼ਿਆਦਾ ਹੈ ਕਿੰਦੇ ਨਾਲੋਂ, बचत ਨਾਲੋਂ। यानी कि हो ਰਿਹਾ ਹੈ, ਹੁਣ ਦੋ ਚੀਜ਼ਾਂ ਤੁਸੀਂ ਧਿਆਨ ਨਾਲ ਸੋਚੋ। ਜਿਹੜੀ ਬਚਤ ਹੈ ਉਹ ਕੀ ਹੈ, ਉਹ ਹੁੰਦਾ ਹੈ ਆਪਣੀ ਆਮਦਨ ਦੇ ਵਿੱਚੋਂ ਕੁਝ ਪੈਸਾ ਬਚਾ ਲੈਣਾ। ठीक है। ਹੁਣ ਨਿਵੇਸ਼ ਕੀ ਹੈ, ਕਿਸੇ ਕੰਮ 'ਚ ਪੈਸਾ ਲਾ ਦੇਣਾ। ਤਾਂ ਹੁਣ ਨਿਵੇਸ਼ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਖਰਚਾ ਹੈ। ਯਾਨੀ ਕੀ ਹੋ ਰਿਹਾ ਹੈ, ਲੋਕੀ ਮੈਂ ਕਿਹਾ ਕਿ ਨਿਵੇਸ਼ ਜ਼ਿਆਦਾ ਹੈ ਤੇ ਬਚਤ ਕੀ ਹੈ, ਘੱਟ ਹੈ। ਮਤਲਬ ਲੋਕ ਪੈਸਾ ਜਿਹੜਾ ਨੇ ਉਹ ਘੱਟ ਬਚਾ ਰਹੇ ਨੇ, ਪਰ ਅਰਥ ਵਿਵਸਥਾ ਦੇ ਵਿੱਚ ਨਿਵੇਸ਼ ਕੀ ਹੋ ਰਿਹਾ ਹੈ, ਜ਼ਿਆਦਾ ਹੋ ਰਿਹਾ ਹੈ। ਖਰਚਾ ਜ਼ਿਆਦਾ ਹੋ ਰਿਹਾ ਹੈ, ਜਿਹੜਾ ਪੈਸਾ ਬਚਾਇਆ ਜਾ ਰਿਹਾ ਹੈ ਉਹ ਘੱਟ ਬਚਾਇਆ ਜਾ ਰਿਹਾ ਹੈ। ਇਹਦਾ ਮਤਲਬ ਕੀ ਹੈ ਵੀ ਜਿਹੜੇ ਉਤਪਾਦਕ ਨੇ ਉਹਨਾਂ ਨੂੰ ਇਹ ਲੱਗੇਗਾ ਵੀ ਅਰਥ ਵਿਵਸਥਾ ਵਿੱਚ ਨਾ ਲੋਕੀ ਬਚਤ ਘੱਟ ਕਰਦੇ ਪਏ ਨੇ। ਅਗਰ ਬਚਤ ਘੱਟ ਕਰਦੇ ਪਏ ਨੇ ਇਹਦਾ ਮਤਲਬ ਖਰਚਾ ਜ਼ਿਆਦਾ ਕਰਦੇ ਪਏ ਨੇ, ਤਾਂ ਉਹ ਕੀ ਕਰਨਗੇ, ਉਹਨਾਂ ਨੂੰ ਲੱਗੇਗਾ ਵੀ ਲੋਕਾਂ ਨੇ ਬਚਤ ਘੱਟ ਕੀਤੀ ਹੈ, ਮਤਲਬ ਪੈਸਾ ਦੇ ਕੋਲ ਬਚਾਇਆ ਘੱਟ ਹੈ ਪਰ ਖਰਚਾ ਕੀ ਕੀਤਾ ਹੈ, ਬਹੁਤ ਕੀਤਾ ਹੈ। ਜੇ ਖਰਚਾ ਜ਼ਿਆਦਾ ਕੀਤਾ ਹੈ ਇਹਦਾ ਮਤਲਬ ਖਰਚਾ ਕੀ ਹੁੰਦਾ ਹੈ, ਮੰਗ। ਕਿਉਂਕਿ ਆਪਾਂ ਖਰਚਾ ਕਦੋਂ ਕਰਾਂਗੇ, ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਮੰਗ ਕਰਾਂਗੇ ਤਾਂ ਉਹਨਾਂ ਨੂੰ ਲੱਗੇਗਾ ਕਿ ਮੰਗ ਜਿਹੜੀ ਹੈ ਉਹ ਜ਼ਿਆਦਾ ਹੈ, ਕਿਉਂਕਿ ਖਰਚਾ ਜਿਹੜਾ ਹੈ ਉਹ ਜ਼ਿਆਦਾ ਹੈ। ਹੁਣ ਮੰਗ ਜ਼ਿਆਦਾ ਹੈ, ਅਸੀਂ ਉਨੀਆਂ ਚੀਜ਼ਾਂ ਨਹੀਂ ਦੇ ਰਹੇ, ਤਾਂ ਅਗਲੇ ਸਾਲ ਕੀ ਕਰਨਗੇ, ਉਤਪਾਦਨ ਵਧਾਣਗੇ। ਜੇ ਉਤਪਾਦਨ ਵਧੇਗਾ ਮਤਲਬ ਕੀ ਹੋਏਗਾ, ਉਤਪਾਦਨ ਦੇ ਸਾਧਨਾਂ ਨੂੰ ਕੰਮ ਜ਼ਿਆਦਾ ਦਿੱਤਾ ਜਾਏਗਾ, ਪੂਰਤੀ ਵਧੇਗੀ, ਆਮਦਨ ਵਧੇਗੀ। ਤਾਂ ਅਗਲੇ ਸਾਲ ਕੀ ਹੋ ਜਾਏਗਾ, ਉਹ ਵਾਪਸ ਜਿਹੜਾ ਹੈ ਉਹ ਕਿੱਥੇ ਪਹੁੰਚ ਜਾਣਗੇ, 40 ਦੇ ਉੱਪਰ ਪਹੁੰਚ ਜਾਣਗੇ। ਠੀਕ ਹੈ। ਇਹ ਸੀ ਜਦੋਂ ਨਿਵੇਸ਼ ਜ਼ਿਆਦਾ ਹੈ ਕਿੱਥੋਂ, ਬਚਤ ਤੋਂ। ਜੇ ਮੈਂ ਇਹ ਕਿਹਾ ਕਿ ਜਿਹੜਾ E ਪੁਆਇੰਟ ਹੈ ਉਹ ਸੰਤੁਲਨ ਦਾ ਪੁਆਇੰਟ ਹੈ, ਇਹਦਾ ਮਤਲਬ ਕੀ ਹੋਏਗਾ ਕਿ ਜੇਕਰ ਆਪਾਂ ਸੰਤੁਲਨ ਤੋਂ ਅੱਗੇ ਚਲੇ ਜਾਂਦੇ ਆ ਜਾਂ ਸੰਤੁਲਨ ਤੋਂ ਪਿੱਛੇ ਚਲੇ ਜਾਂਦੇ ਆ ਤਾਂ ਆਪਾਂ ਵਾਪਸ ਉਸ ਸੰਤੁਲਨ ਤੇ ਆਣਾ ਹੈ। ਜੇ ਆਪਾਂ ਸੰਤੁਲਨ ਤੇ ਵਾਪਸ ਆਵਾਂਗੇ ਤਾਂ ਹੀ ਆਪਾਂ ਉਸ ਸੰਤੁਲਨ ਬਿੰਦੂ ਨੂੰ ਇੱਕ ਸਥਿਰ ਸੰਤੁਲਨ ਬਿੰਦੂ ਜਿਹੜਾ ਹੈ ਉਹ ਕਹਿ ਸਕਦੇ ਆ। ਤਾਂ ਹੁਣ ਕੀ ਹੋਇਆ, ਅਰਥ ਵਿਵਸਥਾ ਦੇ ਵਿੱਚ ਜਿੰਨੀ ਆਮਦਨ ਹੋਣੀ ਚਾਹੀਦੀ ਸੀ ਐਕਚੁਅਲੀ ਉਨੀ ਆਮਦਨ ਨਹੀਂ ਹੈਗੀ, ਬਲਕਿ ਕੀ ਹੈ ਉਸ ਤੋਂ ਘੱਟ ਹੈ। ਕਿਉਂਕਿ ਹੋਣੀ ਚਾਹੀਦੀ ਸੀ ਸੰਤੁਲਨ ਵਾਸਤੇ 40, ਹੈਗੀ ਕਿੰਨੀ ਹੈ, 30। ਯਾਨੀ ਹੁਣ 30 ਤੇ ਕੀ ਹੈ, ਬਚਤ ਘੱਟ ਹੈ, ਨਿਵੇਸ਼ ਜਿਹੜਾ ਹੈ ਉਹ ਕੀ ਹੈ, ਜ਼ਿਆਦਾ ਹੈ। यानी खर्चा हो रहा है ज्यादा, बचत ਜਿਹੜੀ ਹੈ ਘੱਟ ਹੋ ਰਹੀ ਹੈ। ਜੇ ਲੋਕੀ ਬਚਾਣਗੇ ਘੱਟ ਤੇ ਖਰਚਾ ਜ਼ਿਆਦਾ ਕਰਨਗੇ ਕੀ ਹੋਏਗਾ, ਅਰਥ ਵਿਵਸਥਾ ਦੇ ਵਿੱਚ ਮੰਗ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਹੁਣ ਉਸ ਮੰਗ ਨੂੰ ਪੂਰਾ ਕਰਨਾ ਹੈ ਤਾਂ ਉਤਪਾਦਕ ਕੀ ਕਰਨਗੇ, ਉਹ ਪਲਾਨ ਬਣਾਉਣਗੇ ਕਿ ਅਸੀਂ ਅਗਲੇ ਸਾਲ ਕੀ ਕਰਾਂਗੇ, ਅਸੀਂ ਜ਼ਿਆਦਾ ਉਤਪਾਦਨ ਕਰਾਂਗੇ, ਜ਼ਿਆਦਾ ਉਤਪਾਦਨ ਕਰਾਂਗੇ, ਜ਼ਿਆਦਾ ਪੂਰਤੀ ਕਰਾਂਗੇ, ਜ਼ਿਆਦਾ ਉਤਪਾਦਨ ਕਰਾਂਗੇ। ਤਾਂ ਉਤਪਾਦਨ ਦੇ ਜ਼ਿਆਦਾ ਸਾਧਨਾਂ ਨੂੰ ਕੰਮ ਤੇ ਲਾਵਾਂਗੇ। ਜੇ ਉਹਨਾਂ ਨੂੰ ਜ਼ਿਆਦਾ ਕੰਮ ਤੇ ਲਾਵਾਂਗੇ ਤਾਂ ਉਹਨਾਂ ਨੂੰ ਆਮਦਨ ਵੀ ਜ਼ਿਆਦਾ ਦੇਾਂਗੇ। ਕੀ ਹੋਏਗਾ, ਆਮਦਨ ਦਾ ਪੱਧਰ ਵੱਧ ਕੇ ਕਿੰਨਾ ਹੋ ਜਾਏਗਾ, 30 ਤੋਂ 40 ਹੋ ਜਾਏਗਾ। उल्टा पकड़ लो, अगर आप संतुलन तो अगे निकल गए, मान लो आप 50 पे आ गए तो 50 के ऊपर ध्यान में देखा जाए तो अपना निवेश कितना है, अपना निवेश जा रहा है। मान लो मैं कहना कि निवेश जड़ा है वो बी है, तो अपनी बचत कितनी है, ए है। यानी हालात की है, बचत ऊपर है, निवेश नीचे है। यानी कि बचत जड़ी है वो ज्यादा है किथों, निवेश तो। यानी हुन की हो रहा है, ए पॉइंट के ऊपर ध्यान नाल देखो, ये अपनी बचत का पॉइंट है, जेड़ा बी पॉइंट है वो केड़ा अपना निवेश का पॉइंट है। यानी उत्पादक ये देखणगे कि लोग जेडे ने वो की कर रहे हैं, बचत कर रहे ने ज्यादा, यानी बचत बहुत करते पे ने पर निवेश नहीं कर रहे। मतलब पैसा आदे को बचा रहे ने पर उतना खर्चा नहीं कर रहे। मतलब खर्चा हो रहा है घट, मंग हो रही है घट। तो की होएगा, उत्पादका ने एक्चुअली जेड़ा संतुलन दा उत्पादन सी वो कितना सी, 40। उन्होंने की कीता, उत्पादन करता 50। ताई आपा मान के चल रहे हैं भी आपा संतुलन तो बाय चांस आगे निकल गए। तो की होएगा,
ਹੋਏਗਾ, ਲੋਕਾਂ ਨੇ ਬਚਤ ਕਰ ਲਈ ਜ਼ਿਆਦਾ, ਉਹਨਾਂ ਨਿਵੇਸ਼ ਯਾਨੀ ਕਿ ਉਹਨਾਂ ਖਰਚਾ ਯਾਨੀ ਕਿ ਉਨੀ ਮੰਗ ਕੀਤੀ ਨਹੀਂ, ਤਾਂ ਕੀ ਹੋਏਗਾ, ਜਿਹੜੇ ਉਤਪਾਦਕ ਨੇ ਉਹਨਾਂ ਨੇ ਉਤਪਾਦਨ ਕਰਤਾ 50 ਦੇ ਬਰਾबर, ਪਰ ਅਰਥ ਵਿਵਸਥਾ ਚ ਮੰਗ ਕਿੰਨੀ ਹੈ, 40 ਦੇ ਬਰਾबर, मतलब ਮੰਗ ਕੀ ਹੈ, ਘੱਟ ਹੈ। ਉਹਨਾਂ ਨੇ ਕੀ ਕੀਤਾ, ਉਤਪਾਦਨ ਜ਼ਿਆਦਾ ਕਰਤਾ, ਯਾਨੀ ਕੀ ਹੋਏਗਾ, ਜਿਹੜੇ ਉਤਪਾਦਕ ਨੇ ਉਹਨਾਂ ਦਾ ਬਹੁਤ ਸਾਰੀਆਂ ਚੀਜ਼ਾਂ ਐਜੀਆਂ ਹੋਣਗੀਆਂ ਜਿਹੜੀਆਂ ਕਿ ਨਹੀਂ ਵਿਕਣਗੀਆਂ। ਕਿਵੇਂ, ਸੋਚੋ, ਆ ਮੰਨ ਲਓ ਮੈਂ ਕਹਾਂ ਵੀ 40 ਲੱਖ ਹੈ, अर्थ व्यवस्था ਦੇ ਵਿੱਚ ਜਿਹੜਾ ਸੰਤੁਲਨ ਹੈ ਉਹ 40 ਲੱਖ ਤੇ ਸੀ, ਉਹਨਾਂ ਨੇ ਉਤਪਾਦਨ ਕਿੰਨੇ ਦਾ ਕਰਤਾ, 50 ਲੱਖ ਦਾ, ਯਾਨੀ ਹੁਣ ਮੰਗ ਤਾਂ 40 ਲੱਖ ਦੀ ਹੈ ਨਾ, ਮਤਲਬ 10 ਲੱਖ ਰੁਪਏ ਦੀਆਂ ਚੀਜ਼ਾਂ ਐਜੀਆਂ ਹੋਣਗੀਆਂ ਉਤਪਾਦਕਾਂ ਦੀਆਂ ਜਿਹੜੀਆਂ ਕਿ ਨਹੀਂ ਵਿਕਣਗੀਆਂ। ਕਿਉਂ ਨਹੀਂ ਵਿਕਣਗੀਆਂ, ਕਿਉਂਕਿ ਲੋਕਾਂ ਨੇ ਬਚਤ ਜ਼ਿਆਦਾ ਕੀਤੀ ਹੈ ਤੇ ਖਰਚਾ ਕੀਤਾ ਨਹੀਂ, ਯਾਨੀ 10 ਲੱਖ ਰੁਪਏ ਦੀਆਂ ਚੀਜ਼ਾਂ ਉਹਨਾਂ ਦੇ ਅਣ ਵਿਕੇ ਜਿਹੜੀਆਂ ਭੰਡਾਰ ਦੇ ਵਿੱਚ ਚਲੀਆਂ ਜਾਣਗੀਆਂ, ਜਿਹੜੀਆਂ ਕਿ ਨਹੀਂ ਵਿਕੀਆਂ। ਉਹਨਾਂ ਨੂੰ ਲੱਗੇਗਾ ਵੀ ਇਸ ਸਾਲ ਅਸੀਂ ਕੀ ਕੀਤਾ, ਗਲਤੀ ਨਾਲ ਜ਼ਿਆਦਾ ਉਤਪਾਦਨ ਕਰ ਬੈਠੇ, ਤਾਂ ਹੀ ਨਹੀਂ ਵਿਕਿਆ, ਤਾਂ ਹੀ ਸਾਨੂੰ ਆਦੇ ਗੋਡਾਊਨ ਦੇ ਵਿੱਚ ਰੱਖਣਾ ਪਿਆ, ਤਾਂ ਅਗਲੇ ਸਾਲ ਅਸੀਂ ਕੀ ਕਰਾਂਗੇ, ਅਗਲੇ ਸਾਲ ਅਸੀਂ ਘੱਟ ਉਤਪਾਦਨ ਕਰਾਂਗੇ। ਜੇ ਘੱਟ ਉਤਪਾਦਨ ਕਰਾਂਗੇ, ਕਿਉਂ ਕਰਾਂਗੇ, ਕਿਉਂਕਿ ਇਸ ਵਾਰੀ ਜਿੰਨਾ ਉਤਪਾਦਨ ਕੀਤਾ ਸੀ ਉਹ ਵਿਕਿਆ ਨਹੀਂ, ਉਹ ਬੇਕਾਰ ਪਿਆ, ਤਾਂ ਅਗਲੇ ਸਾਲ ਅਸੀਂ ਘੱਟ ਉਤਪਾਦਨ ਕਰਾਂਗੇ। ਜੇ ਉਤਪਾਦਨ ਘੱਟ ਕਰਾਂਗੇ ਮਤਲਬ ਪੂਰਤੀ ਘੱਟ ਕਰਾਂਗੇ, ਜੇ ਉਤਪਾਦਨ ਘੱਟ ਕਰਾਂਗੇ ਮਤਲਬ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਨੂੰ ਘੱਟ ਕੰਮ ਦੇਵਾਂਗੇ, ਘੱਟ ਕੰਮ ਦੇਵਾਂਗੇ ਮਤਲਬ ਉਹਨਾਂ ਨੂੰ ਆਮਦਨ ਵੀ ਘੱਟ ਦੇਵਾਂਗੇ, ਯਾਨੀ ਹੁਣ ਉਹਨਾਂ ਨੂੰ ਆਮਦਨ ਮਿਲੇਗੀ ਪਹਿਲਾਂ ਨਾਲੋਂ ਘੱਟ। ਜੇ ਆਮਦਨ ਘੱਟ ਮਿਲੇਗੀ ਤਾਂ ਕੀ ਹੋਏਗਾ, ਆਮਦਨ ਦਾ ਪੱਧਰ ਘਟ ਜਾਏਗਾ ਤੇ ਵਾਪਸ ਆਪਾਂ ਕਿੱਥੇ ਆ ਜਾਾਂਗੇ, 40 ਤੇ ਆ ਜਾਾਂਗੇ। ਤਾਂ ਹੀ ਆਪਾਂ ਕਹਿ ਰਹੇ ਹਾਂ ਵੀ ਜਿਹੜਾ ਸੰਤੁਲਨ ਦਾ ਬਿੰਦੂ ਹੈ ਉਹ ਕਿਹੜਾ ਹੈ, ਉਹ 40 ਹੈ। ਜੇਕਰ ਤੁਸੀਂ ਗਲਤੀ ਨਾਲ ਇੱਕ ਉਤਪਾਦਕ ਹੋਣ ਦੇ ਨਾਤੇ ਇਸ ਤੋਂ ਅੱਗੇ ਨਿਕਲ ਗਏ ਜਾਂ ਇਸ ਤੋਂ ਪਿੱਛੇ ਰਹਿ ਗਏ ਤਾਂ ਕੀ ਹੋਏਗਾ, ਤੁਸੀਂ ਵਾਪਸ ਜਿਹੜਾ ਹੈ ਉਹ E ਪੁਆਇੰਟ ਤੇ ਆ ਹੀ ਜਾਓਗੇ। ਤਾਂ ਇਹ ਆਪਣਾ ਹੋ ਜਾਂਦਾ ਹੈ ਬਚਤ ਤੇ ਨਿਵੇਸ਼ ਵਿਧੀ ਕਿੰਦੇ ਦੁਆਰਾ, ਕੇਨਜ਼ ਦੇ ਦੁਆਰਾ। ਹੁਣ ਆਪਾਂ ਕਿਹਾ ਸੀ ਵੀ ਆਪਾਂ ਸੰਤੁਲਨ ਜਿਹੜਾ ਹੈ ਉਹ ਭਾਵੇਂ ਬਚਤ ਨਿਵੇਸ਼ ਵਿਧੀ ਨਾਲ ਲਗਾਈਏ, ਭਾਵੇਂ ਆਪਾਂ ਕੁੱਲ ਮੰਗ ਤੇ ਕੁੱਲ ਪੂਰਤੀ ਵਿਧੀ ਨਾਲ ਲਗਾਈਏ, ਆਪਣਾ ਜਿਹੜਾ ਸੰਤੁਲਨ ਹੈ ਉਹ ਉਸੇ ਪੁਆਇੰਟ ਤੇ ਹੀ ਆਣਾ ਹੈ। ਤਾਂ ਉਹਨੂੰ ਆਪਾਂ ਇੱਕ ਹੋਰ ਡਾਇਗਰਾਮ ਨਾਲ ਜਿਹੜਾ ਹੈ ਉਹ ਪ੍ਰੂਵ ਵੀ ਕਰ ਸਕਦੇ ਹਾਂ। ਤਾਂ ਉੱਪਰ ਆਪਾਂ ਜਿਹੜੀ ਡਾਇਗਰਾਮ ਬਣਾਉਣ ਲੱਗੇ ਹਾਂ ਉਹ ਹੈ ਕੁੱਲ ਮੰਗ ਕੁੱਲ ਪੂਰਤੀ ਵਿਧੀ ਦੀ। ਤਾਂ ਇੱਕ ਪਾਸੇ ਆਪਾਂ ਕੁੱਲ ਮੰਗ ਲੈ ਲਈ, ਇੱਕ ਪਾਸੇ ਆਪਾਂ ਕੁੱਲ ਪੂਰਤੀ ਲੈ ਲਈ। ਇੱਧਰ ਆਮਦਨ ਲੈ ਸਕਦੇ ਹੋ, ਰੁਜ਼ਗਾਰ ਲੈ ਸਕਦੇ ਹੋ, ਉਤਪਾਦਨ ਲੈ ਸਕਦੇ ਹੋ, ਜੋ ਮਰਜ਼ੀ ਲੈ ਲਓ। ਸਭ ਤੋਂ ਪਹਿਲਾਂ ਕੀ ਕੀਤਾ, ਕੁੱਲ ਪੂਰਤੀ ਵਕਰ ਬਣਾਈ, ਪਹਿਲਾਂ 45 ਡਿਗਰੀ ਤੇ ਗਈ, ਉਸ ਤੋਂ ਬਾਅਦ ਜਾ ਕੇ ਕੀ ਹੋ ਗਿਆ, ਸਥਿਰ ਹੋ ਗਈ। ਫਿਰ ਆਪਾਂ ਇੱਥੇ ਆਪਣਾ ਕੀ ਹੋ ਗਿਆ, ਪੂਰਨ ਰੋਜ਼ਗਾਰ ਆ ਗਿਆ ਐਂਡ ਪੁਆਇੰਟ ਤੇ। ਆ ਬਣਾਈ ਆਪਾਂ ਕੁੱਲ ਮੰਗ ਵਕਰ ਜਿਹੜੀ ਕਿੰਨੇ ਬਰਾਬਰ ਹੈ, ਉਪਭੋਗ ਜਮਾ ਨਿਵੇਸ਼ ਦੇ ਬਰਾਬਰ ਹੈ। ਤਾਂ ਸੰਤੁਲਨ ਕਿੱਥੇ ਆ ਗਿਆ, E ਪੁਆਇੰਟ ਤੇ। ਉਹਦੇ ਮੁਤਾਬਿਕ ਕਿੰਨੇ ਲੋਕਾਂ ਨੂੰ ਕੰਮ ਮਿਲੇਗਾ, N1 ਲੋਕਾਂ ਨੂੰ। ਇਹਦੇ ਬਿਲਕੁਲ ਨੀਚੇ ਆਪਾਂ ਜਿਹੜੀ ਹੈ ਉਹ ਆਪਣੀ ਦੂਸਰੀ ਡਾਇਗਰਾਮ ਬਣਾਤੀ। ਇੱਧਰ ਆਪਾਂ ਕੀ ਲੈ ਲਿਆ, ਬਚਤ ਲੈ ਲਈ, ਨਾਲ ਕੀ ਲੈ ਲਿਆ, ਨਿਵੇਸ਼ ਲੈ ਲਿਆ। ਇੱਧਰ ਆਪਾਂ ਕੀ ਲੈਣਾ ਹੈ, ਆਮਦਨ ਲੈਣੀ ਹੈ। ठीक है, सब तो पहला ਆਪਾਂ ਕੀ ਕੀਤਾ, ਆਪਣੀ ਨਿਵੇਸ਼ ਵਕਰ ਜਿਹੜੀ ਹੈ ਉਹ ਬਣਾ ਲਈ। ਆਏ ਹੁਣ ਜਿਹੜਾ ਸੰਤੁਲਨ ਉੱਪਰ ਆਇਆ ਸੀ ਉਸੇ ਪੁਆਇੰਟ ਤੇ ਸੰਤੁਲਨ ਜਿਹੜਾ ਹੈ ਉਹ ਥੱਲੇ ਆਣਾ ਹੈ। ਤਾਂ ਸਭ ਤੋਂ ਪਹਿਲਾਂ ਬਚਤਾ ਕੀ ਹੋਣਗੀਆਂ, ਮਾਈਨਸ। ਤਾਂ ਬਚਤਾ ਨੂੰ ਮਾਈਨਸ ਤੋਂ ਸ਼ੁਰੂ ਕਰਨਾ ਹੈ, ਫਿਰ ਬਚਤਾ ਕੀ ਹੋ ਜਾਣਗੀਆਂ, 0, ਫਿਰ ਬਚਤਾ ਕੀ ਹੋ ਜਾਣਗੀਆਂ, ਪੋਜ਼ਿਟਿਵ। ਤਾਂ ਆ ਕੀ ਬਣ ਗਈ, ਆਪਣੀ ਬਚਤ ਵਕਰ ਬਣ ਗਈ। ਤਾਂ ਐਸੇ ਪੁਆਇੰਟ ਤੇ ਹੀ N1 ਤੇ ਹੀ ਜਿੱਥੇ ਉੱਪਰ ਵਾਲੀ ਡਾਇਗਰਾਮ ਦੇ ਵਿੱਚ ਕੁੱਲ ਮੰਗ ਤੇ ਕੁੱਲ ਪੂਰਤੀ ਬਰਾਬਰ ਸੀ, ਨੀਚੇ ਵਾਲੀ ਡਾਇਗਰਾਮ ਦੇ ਵਿੱਚ ਉਸੇ ਹੀ ਪੁਆਇੰਟ ਤੇ ਬਚਤ ਤੇ ਨਿਵੇਸ਼ ਵੀ ਇੱਕ ਦੂਜੇ ਦੇ ਬਰਾबर होंगे। कहने का मतलब की है भी विधि जेडी मर्जी लगा ली जाए संतुलन अपना ओना ही आना है। हाली भी की है अगर जे ओ सपोज करो n लोगों को काम दे दें तो की होएगा, बचत जेडी होगी ज्यादा होएगी, निवेश की होएगा घट होएगा। मतलब लोग बचत ज्यादा करते पे ने, खर्चा कर नहीं रहे, तो आमदन का पद्धर की हो जाएगा, घट जाएगा। वापस किथे आ जाओगे, N1 पे आ जाओगे। तो ये अपने कोल सी दो विधियां संतुलन का निर्धारण करन दियां, परंपरावादी ते केंद्र। परंपरावादी दे विच भी आपां दो विधियां दी गल कीती, कुल मंग कुल पूर्ति। केंद्र दे विच भी आपां
लाइक एंड शेयर करना ना भूलिया जी। थैंक यू वेरी मच।